ਵਾਹਿਗੁਰੂ ਸਾਹਿਬ ਜੀਓ। ਜਨਮ ਮਰਨ ਦੁਹੁ ਮੈਂ ਨਾਹੀਂ, ਜਾਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਣ ਮਿਲਾਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਜੋ ਹਰਿ ਦਾਸਨ ਕੀ ਉਸਤਤ ਹੈ, ਸਾ ਹਰਿ ਕੀ ਵਡਿਆਈ। ਹਰਿ ਆਪਣੀ ਵਡਿਆਈ ਭਾਵੰਦੀ, ਜਨ ਕਾ ਜੈਕਾਰ ਕਰਾਈ। ਸੰਤਨ ਕੀ ਮਹਿਮਾ ਕਵਨ ਬਖਾਨਾ, ਅਗਾਧ ਬੋਧ ਕਿਛ ਮਿਤ ਨਹੀਂ ਜਾਨਾ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਡਭਾਗੀ ਹੋ। ਕੌਮ ਦੀ ਮਹਾਨ ਹਸਤੀ, ਪਵਿੱਤਰ ਆਤਮਾ, ਵਿਦਿਆ ਦੇ ਮਾਰਤੰਡ, ਸੱਚਖੰਡ ਵਾਸੀ, ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੇ, ਉਹਨਾਂ ਦੀ ਯਾਦ ਨੂੰ ਸਮਰਪਿਤ ਸਮੂਹ ਨੌਜਵਾਨ ਸਿੰਘਾਂ ਨੇ ਉਪਰਾਲਾ ਕੀਤਾ ਹੈ। ਇਹ ਅਸਥਾਨ ਜਿੱਥੇ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜ ਮਿਲ ਬੈਠੇ ਹਾਂ, ਇਹ ਵੀ ਅਸਥਾਨ ਇੱਕ ਪੂਜਨੀਕ ਮਹਾਂਪੁਰਖਾਂ ਦਾ ਹੀ ਬਣਾਇਆ ਹੋਇਆ ਹੈ। ਕਹਿਣ ਤੋਂ ਭਾਵ ਸ਼੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਸਮਰਾਲਾ ਚੌਂਕ ਵਾਲੇ ਥੋੜ੍ਹਾ ਸਮਾਂ ਪਹਿਲਾਂ ਉਹ ਵੀ ਸੱਚਖੰਡ ਪਿਆਨਾ ਕਰ ਗਏ ਹਨ। ਉਹਨਾਂ ਦੇ ਜਾਨਸ਼ੀਨ ਬਾਬਾ ਅਨਹਦ ਰਾਜ ਸਿੰਘ ਜੀ ਕੁਝ ਸਮਾਂ ਪਹਿਲਾਂ ਮਿਲੇ ਸਨ। ਦਾਸ ਦੇ ਮਾਮਾ ਜੀ ਗਿਆਨੀ ਗੁਰਦੇਵ ਸਿੰਘ ਜੀ ਮਨਾਵੇ ਵਾਲੇ, ਉਹਨਾਂ ਨੇ ਇੰਗਲੈਂਡ ਦੀ ਧਰਤੀ 'ਤੇ ਬੇਅੰਤ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ। ਆਇਓ ਸੁਣਨ ਪੜ੍ਹਨ ਕੋ ਬਾਣੀ, ਇਹਨਾਂ ਬਚਨਾਂ 'ਤੇ ਅਮਲ ਕੀਤਾ। ਉਹ ਵੀ ਪ੍ਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੀ ਯਾਦ ਵਿੱਚ ਇੱਥੇ ਉਹਨਾਂ ਦੇ ਵਿਦਿਆਰਥੀਆਂ ਨੇ, ਸਮੂਹ ਸੰਗਤਾਂ ਨੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦਾ ਦੁਸਹਿਰਾ ਮਨਾਇਆ ਹੈ। ਅੰਤਮ ਸੰਸਕਾਰ ਦੀਆਂ ਰਹੁ ਰੀਤਾਂ ਨੂੰ ਸੰਪੰਨ ਕੀਤਾ। ਉਹਨਾਂ ਦੀ ਹੀ ਯਾਦ ਵਿੱਚ ਨਗਰ ਮਨਾਵਾ ਇੰਡੀਆ ਵਿਖੇ ਇੱਕ ਸਮਾਗਮ ਰੱਖਿਆ ਸੀ, ਜਿੱਥੇ ਹੋਰ ਮਹਾਂਪੁਰਖਾਂ ਦੇ ਨਾਲ ਸਤਿਕਾਰਯੋਗ
ਸੰਤ ਬਾਬਾ ਅਨਹਦ ਰਾਜ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਸਨ। ਹੁਣ ਸਮਾਗਮ ਦੇ ਸੰਬੰਧ ਵਿੱਚ ਵੀ ਦਾਸ ਦੇ ਨਿਵਾਸ ਸੰਤ ਨਗਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਸੇਵਾਦਾਰ ਭੇਜੇ ਸਨ, ਪਰ ਦਾਸ ਇੰਗਲੈਂਡ ਪਹੁੰਚ ਚੁੱਕਿਆ ਸੀ। ਫਿਰ ਉਹਨਾਂ ਸੰਦੇਸ਼ ਭੇਜਿਆ ਕਿ ਸਾਡੇ ਅਸਥਾਨ 'ਤੇ, ਮਹਾਂਪੁਰਖਾਂ ਦੇ ਅਸਥਾਨ 'ਤੇ, ਗੁਰੂ ਕੇ ਅਸਥਾਨ 'ਤੇ ਜ਼ਰੂਰ ਜਾ ਕੇ ਆਉਣਾ ਹੈ। ਇਹ ਉਹਨਾਂ ਦੇ ਬਚਨਾਂ ਨੂੰ ਦਾਸ ਨੇ ਸਿਰ ਮੱਥੇ ਪ੍ਰਵਾਨ ਕੀਤਾ ਹੈ। ਨੌਜਵਾਨ ਸਿੰਘ ਵੀ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਪੁਰਾਤਨ ਰਹਿਤ ਮਰਜ਼ਾਦਾ ਅਨੁਸਾਰ 25 ਸਿੰਘਾਂ ਨੇ ਰਲ ਕੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕੀਤੇ ਤੇ ਬੜੀ ਮਰਜ਼ਾਦਾ ਵਿੱਚ ਰਹਿ ਕੇ, ਸੰਜਮ ਵਿੱਚ ਰਹਿ ਕੇ ਅਖੰਡ ਪਾਠ ਦੇ ਸੰਪੂਰਨ ਭੋਗ ਪਾਏ। ਅਖੰਡ ਪਾਠ ਦੀ ਪ੍ਰਾਰੰਭਤਾ ਕਦੋਂ ਹੋਈ, ਇਹਦੇ ਬਾਰੇ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਕਸਰ ਇਹ ਵਿਚਾਰ ਸਰਵਣ ਕਰਵਾਇਆ ਕਰਦੇ ਸਨ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੇ ਅਨੁਭਵ ਦੁਆਰਾ ਆਪਣੇ ਕੰਠ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਉਚਾਰਨ ਕੀਤੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਉਸ ਬਾਣੀ ਨੂੰ ਲਿਖਵਾਇਆ ਵੀ ਤੇ ਉਚਾਰਨ ਵੀ ਕੀਤਾ। ਤੇ ਜਦੋਂ ਉਹ ਬੀੜ ਸੰਪੂਰਨ ਹੋਈ ਤੇ ਕਲਗੀਧਰ ਪਾਤਸ਼ਾਹ ਨੇ ਫਿਰ ਸਿੰਘਾਂ ਨੂੰ ਆਖਿਆ, ਜੋ ਖਾਲਸਾ ਪੰਥ ਨਾਲ ਸਾਡਾ ਵਾਅਦਾ ਸੀ ਵੀ ਅਸੀਂ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੰਪੂਰਨ ਅਰਥ ਪੜ੍ਹਾਵਾਂਗੇ, ਉਹ ਵੀ ਅਸੀਂ ਹੁਣ ਪੂਰਾ ਕਰ ਦਿੱਤਾ ਹੈ। ਜਿੰਨੀ ਬਾਣੀ ਅੰਮ੍ਰਿਤ ਵੇਲੇ ਸਤਿਗੁਰੂ ਉਚਾਰਨ ਕਰਦੇ, ਉਨੀ ਬਾਣੀ ਦੀ ਸ਼ਾਮ ਨੂੰ ਕਥਾ ਵੀ ਕਰਦੇ, ਗੁਰਬਾਣੀ ਦੇ ਅਰਥ ਵੀ ਪੜ੍ਹਾਉਂਦੇ। ਸੁਣਨ ਵਾਲੀਆਂ ਸੰਗਤਾਂ ਭਾਵੇਂ ਬੇਅੰਤ ਸਨ, ਪਰ 48 ਉਹ ਸਿੰਘ ਸਨ ਜਿਨ੍ਹਾਂ ਨੇ ਬਿਲਾ ਨਾਗਾ ਸ਼ਰਧਾ ਭਾਵਨਾ ਤੇ ਬੜੀ ਇਕਾਗਰਤਾ ਦੇ ਨਾਲ ਸੰਪੂਰਨ ਕਥਾ ਸਰਵਣ ਕੀਤੀ। ਉਹ ਸਾਰੇ ਦੇ ਸਾਰੇ ਜੀਵਨ ਮੁਕਤ ਹੋ ਗਏ। ਬ੍ਰਹਮ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਫਿਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਕੀਤਾ ਸੀ, ਜਿਸ ਕਥਾ ਨੂੰ ਸਰਵਣ ਕਰਕੇ ਤੁਹਾਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ ਹੈ, ਇਸ ਕਥਾ ਦੇ ਪ੍ਰਵਾਹ ਨੂੰ ਅੱਗੇ ਵੀ ਜਾਰੀ ਰੱਖਣਾ ਹੈ। ਜਿੰਨਾ ਕੋਈ ਸਿੰਘ ਗੁਰਬਾਣੀ ਨੂੰ ਸਮਝਦਾ ਹੈ, ਉਹ ਆਪ ਪੜ੍ਹੇ ਤੇ ਦੂਜਿਆਂ ਨੂੰ ਵੀ ਪੜ੍ਹਾਵੇ, ਆਪ ਵੀ ਨਾਮ ਜਪੇ, ਦੂਸਰਿਆਂ ਨੂੰ ਜਪਾਵੇ। ਜੇ ਕੋਈ ਗੁਰਬਾਣੀ ਦੀ ਸੰਥਿਆ ਕਰਵਾ ਸਕਦਾ ਹੈ, ਗੁਰਬਾਣੀ ਦੀ ਸੰਥਿਆ ਕਰਾਵੇ। ਜੇ ਕੋਈ ਕਥਾ ਕਰ ਸਕਦਾ ਹੈ, ਉਹ ਕਥਾ ਵੀ ਗਾਂ ਪੜ੍ਹਾਵੇ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ। ਉਹਨਾਂ ਬਚਨਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਫਿਰ ਉਹਨਾਂ ਸਿੰਘਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਧਰੇ ਐਸਾ ਕਰਨ ਦੇ ਨਾਲ ਆ ਜਿਹੜਾ ਸਾਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ, ਇਹਦੇ ਵਿੱਚ ਕੋਈ ਫਰਕ ਤਾਂ ਨਹੀਂ ਪੈ ਜਾਵੇਗਾ। ਤਾਂ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ, ਖਾਲਸਾ ਜੀ ਇਹ ਅੰਮ੍ਰਿਤ ਬਾਣੀ ਇਹ ਇੱਕ ਆਤਮਿਕ ਆਨੰਦ ਦਾ ਖਜ਼ਾਨਾ ਹੈ।
ਤੁਸੀਂ ਜਿਵੇਂ ਜਿਵੇਂ ਬਾਣੀ ਨੂੰ ਪੜ੍ਹੋਗੇ, ਪੜ੍ਹਾਓਗੇ, ਸੁਣੋਗੇ, ਗਾਓਗੇ, ਕਥਾ ਕਰੋਗੇ, ਸਮਝਾਓਗੇ, ਓਨਾ ਹੀ ਆਨੰਦ ਹੋਰ ਵਧੇਗਾ, ਘਟੇਗਾ ਨਹੀਂ। ਭਾਈ ਮਨੀ ਸਿੰਘ ਜੀ ਨੂੰ ਕਹਿਣ ਲੱਗੇ, ਤੁਹਾਡਾ ਬੰਦ ਵੀ ਘਟਿਆ ਜਾਵੇਗਾ, ਪਰ ਤਾਂ ਵੀ ਬਾਣੀ ਦਾ ਪਿਆਰ ਨਹੀਂ ਘਟੇਗਾ। ਬਾਬਾ ਦੀਪ ਸਿੰਘ ਜੀ ਨੂੰ ਆਖਿਆ ਸੀ, ਤੁਹਾਡੇ ਤੇ ਐਸੀ ਗੁਰੂ ਦੀ ਮਿਹਰ ਵਾਪਰੇਗੀ, ਭਾਵੇਂ ਤੁਹਾਡਾ ਸੀਸ ਵੀ ਧੜ ਤੋਂ ਅਲੱਗ ਹੋ ਜਾਵੇਗਾ, ਪਰ ਤਾਂ ਵੀ ਤੁਸੀਂ ਸਿਰ ਤੋਂ ਬਿਨਾਂ ਜੰਗ-ਜੁੱਧ ਕਰਕੇ ਦੁਨੀਆ ਵਿੱਚ ਇੱਕ ਮੀਲ ਪੱਥਰ ਗੱਡ ਦੇਵੋਗੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਨੂੰ ਕੋਈ ਵੀ ਸ਼ਕਤੀ ਮਾਰ ਨਹੀਂ ਸਕਦੀ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨਿ ਦਰਸ਼ਨ ਪਾਇਆ। ਉਹ ਬਚਨ ਕਲਗੀਧਰ ਪਾਤਸ਼ਾਹ ਦੇ ਹੋਏ ਸਨ ਸੀਨੇ ਬਸੀਨੇ। ਇਸ ਟਕਸਾਲ ਨੇ ਬੇਅੰਤ ਵਿਦਿਆਰਥੀਆਂ ਨੂੰ ਪੜ੍ਹਾਇਆ। ਉਹੀ ਦਮਦਮੀ ਟਕਸਾਲ ਜਦੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਹੋਏ ਨੇ, ਉਹਨਾਂ ਦੇ ਸਮੇਂ ਉਹਨਾਂ ਨੇ ਬੇਅੰਤ ਭਜਨ ਸਿਮਰਨ ਵੀ ਕੀਤਾ, ਗੁਰਬਾਣੀ ਦੀ ਕਥਾ ਵੀ ਪੜ੍ਹਾਉਂਦੇ ਰਹੇ, ਅਤੇ ਉਹਨਾਂ ਨੇ ਜੋ ਕੁਝ ਪੜ੍ਹਿਆ ਸੀ ਤੇ ਉਸ ਨੂੰ ਆਪਣੇ ਅਮਲ ਦੇ ਵਿੱਚ ਲਿਆਂਦਾ। ਸੰਤ ਬਾਬਾ ਬਿਸ਼ਨ ਸਿੰਘ ਜੀ ਦੇ ਪਾਸੋਂ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਜਿੱਥੇ ਗੁਰਮਤਿ ਦੀ ਵਿੱਦਿਆ ਪੜ੍ਹੀ ਅਤੇ ਉੱਥੇ ਨਾਲ ਨਾਲ ਗੁਰਬਾਣੀ ਦਾ ਅਮਲੀ ਜੀਵਨ ਪ੍ਰਾਪਤ ਕੀਤਾ। ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਸਾਰੀ ਉਹਨਾਂ ਨੇ ਪ੍ਰਾਪਤ ਕੀਤੀ। ਫਿਰ ਉਹ ਮਹਾਂਪੁਰਖ ਭਿੰਡਰਾਂ ਨਗਰ ਦੇ ਸਨ। ਦਮਦਮੀ ਟਕਸਾਲ ਦੇ ਨਾਲ ਭਿੰਡਰਾਂ ਵਾਲੇ ਸ਼ਬਦ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਬਾਅਦ ਵਿੱਚ ਜੁੜਿਆ ਅਤੇ ਨਾਲ ਪ੍ਰਚਲਿਤ ਹੋਇਆ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ, ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਪਹਿਲੀ ਯਾਦ ਵਿੱਚ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ, ਇਹ ਉਹਨਾਂ ਮਹਾਂਪੁਰਖਾਂ ਦੇ ਵਿਦਿਆਰਥੀ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਹੜੇ ਪਹਿਲੇ ਵਿਦਿਆਰਥੀ ਸਨ, ਉਹਨਾਂ ਵਿੱਚੋਂ ਇੱਕ ਸਨ। ਇਹਨਾਂ ਨੇ ਗੁਰਮਤਿ ਦੀ ਵਿੱਦਿਆ ਵੀ ਪੜ੍ਹੀ, ਪਰ ਇਹਨਾਂ ਦਾ ਜਿਹੜਾ ਆਪਣਾ ਜੀਵਨ ਸੀ ਉਹ ਬੜਾ ਵੈਰਾਗੀ ਤਿਆਗੀ ਭਜਨ ਬੰਦਗੀ ਵਾਲਾ ਸੀ। ਜਦੋਂ ਉਹਨਾਂ ਨੇ ਇੱਕ ਵਾਰੀ ਘਰ ਛੱਡ ਦਿੱਤਾ, ਵਾਪਸ ਮੁੜ ਕੇ ਘਰ ਨਹੀਂ ਗਏ, ਵੇਖਿਆ ਹੀ ਨਹੀਂ ਪਿੱਛੇ ਮੁੜ ਕੇ। ਐਸੀ ਉਹਨਾਂ ਦੀ ਅਵਸਥਾ ਸੀ। 35 ਸਾਲ ਬਾਅਦ ਜਦੋਂ ਭਿੰਡਰਾਂ ਉਹਨਾਂ ਨੂੰ ਦਸਤਾਰਬੰਦੀ ਹੋਈ, ਉਸ ਵੇਲੇ ਪਰਿਵਾਰ ਨੂੰ ਪਤਾ ਲੱਗਿਆ ਵੀ ਸੰਤ ਮੋਹਨ ਸਿੰਘ ਜੀ ਹੈਗੇ ਆ। 35 ਸਾਲ ਗਏ ਹੀ ਨਹੀਂ। ਐਸੀ ਉਹ ਮੋਹ ਮਾਇਆ ਦੀ ਅਵਸਥਾ ਤੋਂ ਨਿਰਲੇਪ ਹੋ ਕੇ ਵਿਚਰਦੇ ਸਨ। ਹੁਣੇ ਹੀ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ, ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਅਤੇ ਐਸੇ ਉਹ ਗੁਰਮੁਖ ਯੋਗੀ ਸਨ ਸੰਤ ਗਿਆਨੀ ਮੋਹਨ ਸਿੰਘ ਜੀ। ਦਾਸ ਨੇ ਉਹਨਾਂ ਦੇ ਨਾਲ 14 ਸਾਲ ਰਹਿ ਕੇ ਵਿੱਦਿਆ ਪੜ੍ਹੀ। ਉਹਨਾਂ ਦੇ ਨੇੜੇ ਹੋ ਕੇ ਉਹਨਾਂ ਦੇ ਜੀਵਨ ਨੂੰ ਤੱਕਿਆ। ਦਾਸ ਇਸ ਗੱਲ 'ਤੇ ਹੈਰਾਨ ਹੈ, 2 ਮਹਾਂਪੁਰਖ ਜਿਹੜੇ ਵੱਡੇ ਮਹਾਂਪੁਰਖਾਂ ਤੋਂ ਵਰੋਸ ਆਏ ਹੋਏ ਸਨ, ਇੱਕ ਸੰਤ ਗਿਆਨੀ ਮੋਹਨ ਸਿੰਘ ਜੀ, ਦੂਜੇ ਸੰਤ ਬਾਬਾ ਠਾਕੁਰ ਸਿੰਘ ਜੀ। ਇਹਨਾਂ ਦੋਹਾਂ 'ਤੇ ਮਹਾਂਪੁਰਖਾਂ ਦੀ ਏਡੀ ਵੱਡੀ ਰਹਿਮਤ ਸੀ ਕਿ ਇਹਨਾਂ ਨੇ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਇਹਨਾਂ ਨੇ 5 ਵਿਕਾਰਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਦ ਦੂਰੇ।
ਦੂਸਰੀ ਗੱਲ ਜਿਹੜੀ ਦਾਸ ਨੇ ਨੇੜੇ ਹੋ ਕੇ ਤੱਕੀ, ਦੋਨਾਂ ਮਹਾਂਪੁਰਖਾਂ ਦੇ ਵਿੱਚ ਇੱਕ ਸਮਾਨਤਾ ਸੀ। ਉਹਨਾਂ ਨੇ ਆਪਣੀ ਨੀਂਦ ਤੇ ਭੁੱਖ 'ਤੇ ਵੀ ਕੰਟਰੋਲ ਕੀਤਾ ਹੋਇਆ ਸੀ। ਕਈ ਵਾਰੀ ਸਾਰੀ ਸਾਰੀ ਰਾਤ ਹੀ ਜਾਗਦੇ ਰਹਿੰਦੇ। ਭਿੰਨੀ ਰੈਨੜੀਐ ਚਾ ਮੱਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਫਿਰ ਮਾੜੀ ਮੋਟੀ ਬੈਠਿਆਂ ਕਿਤੇ ਅੱਖ ਦੀ ਝਪਕੀ ਲੱਗ ਜਾਣੀ, ਤੇ ਨਹੀਂ ਤੇ ਉਹ ਆਪਣੇ ਆਨੰਦ ਵਿੱਚ ਹੀ ਰਹਿੰਦੇ ਸਨ। ਉਹਨਾਂ ਮਹਾਂਪੁਰਖਾਂ 'ਤੇ ਇੰਨੀ ਕਿਰਪਾ ਸੀ। ਸੇਵਾ ਸੰਤ ਬਾਬਾ ਠਾਕਰ ਸਿੰਘ ਜੀ ਪਹਿਲੇ ਨੰਬਰ 'ਤੇ ਸੀ, ਅਤੇ ਸਿਮਰਨ ਦੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਪਹਿਲੇ ਨੰਬਰ ਦੇ ਸਾਰੇ ਵਿਦਿਆਰਥੀਆਂ ਵਿੱਚੋਂ। ਜਿੰਨੀ ਸੇਵਾ ਬਾਬਾ ਠਾਕਰ ਸਿੰਘ ਜੀ ਨੇ ਕੀਤੀ, ਉਹਨੇ ਹੋਰ ਕੋਈ ਸੇਵਾ ਨਹੀਂ ਕਰ ਸਕਦਾ। ਅਤੇ ਸਿਮਰਨ ਜਿੰਨਾ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਕੀਤਾ, ਇੰਨਾ ਹੋਰ ਕੋਈ ਵਿਦਿਆਰਥੀ ਨਹੀਂ ਕਰ ਸਕਦਾ ਸੀ। ਇਹ ਉਹਨਾਂ ਦੋਨਾਂ ਮਹਾਂਪੁਰਖਾਂ 'ਤੇ, ਵੱਡਿਆਂ ਮਹਾਂਪੁਰਖਾਂ ਦੀ ਮਹਾਨ ਕਿਰਪਾ ਸੀ। ਫਿਰ ਕਈ ਜਿਹੜੇ ਪੁਰਾਤਨ ਸਿੰਘ ਸਨ ਵਿਦਿਆਰਥੀ, ਉਹ ਵਿਦਾਂਤ ਦੇ ਗ੍ਰੰਥ ਪੜ੍ਹਨਾ ਚਾਹੁੰਦੇ ਸਨ। ਫਿਰ ਵੱਡੇ ਮਹਾਂਪੁਰਖਾਂ ਨੇ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਵਿਸ਼ੇਸ਼ ਤੌਰ 'ਤੇ ਵਿਦਾਂਤ ਦੇ ਗ੍ਰੰਥ, ਨਿਆਏ ਸ਼ਾਸਤਰ, ਵੈਦਿਕ ਦੇ ਗ੍ਰੰਥ ਪੜ੍ਹਨ ਦੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਠਾਕਰਾਂ ਦੇ ਡੇਰੇ ਨਿਰਮਲਿਆਂ ਦੇ ਅਸਥਾਨ 'ਤੇ ਭੇਜਿਆ। ਉੱਥੇ ਮਹਾਨ ਵਿਦਵਾਨ ਪੰਡਤ ਅਨੋਖ ਸਿੰਘ ਜੀ ਸਨ। ਉਹਨਾਂ ਦੇ ਪਾਸੋਂ ਜਾ ਕੇ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਸੰਸਕ੍ਰਿਤ ਦਾ ਵਿਆਕਰਨ ਪੜ੍ਹਿਆ, ਲਘੂ ਕੌਮ ਦੀ, ਨਿਆਏ ਸ਼ਾਸਤਰ ਪੜ੍ਹਿਆ, ਵਿਦਾਂਤ ਪੜ੍ਹਿਆ, ਹੋਰ ਬੇਅੰਤ ਉਹਨਾਂ ਨੇ ਅਨ ਮਤਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ। ਫਿਰ ਮਹਾਂਪੁਰਖਾਂ ਦੇ ਸਮੇਂ ਜਥੇ ਵਿੱਚ ਆ ਕੇ ਤੇ ਜਿਹੜੇ ਸਿੰਘ ਵਿਚਾਰ ਸਾਗਰ, ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਤਰਕ ਸੰਗ੍ਰਹਿ, ਨਿਆਏ ਸ਼ਾਸਤਰ, ਪਿੰਗਲ ਜਾਂ ਵਿਆਕਰਨ ਪੜ੍ਹਨਾ ਚਾਹੁੰਦੇ ਸਨ, ਉਹ ਸੰਤ ਗਿਆਨੀ ਮੋਹਨ ਸਿੰਘ ਜੀ ਹੀ ਪੜ੍ਹਾਉਂਦੇ ਸਨ। ਵੱਡੇ ਮਹਾਂਪੁਰਖਾਂ ਦਾ ਰੂਟੀਨ ਸੀ ਗੁਰਬਾਣੀ ਦੀ ਕਥਾ ਤੇ ਗੁਰ ਇਤਿਹਾਸ ਦੀ ਕਥਾ, ਜਾਂ ਫਿਰ ਦਸਮ ਗ੍ਰੰਥ ਦੀ ਸੰਪੂਰਨ ਕਥਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ, ਸ੍ਰੀ ਗੁਰਪੰਥ ਪ੍ਰਕਾਸ਼। ਇਹ ਕਥਾ ਮਹਾਂਪੁਰਖ ਆਪ ਕਰਦੇ ਸਨ, ਅਤੇ ਜਿਹੜੇ ਹੋਰ ਗ੍ਰੰਥ ਸਨ ਉਹ ਗਿਆਨੀ ਮੋਹਨ ਸਿੰਘ ਜੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਅਤੇ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਉੱਤੇ ਬੜੀ ਮਹਾਂਪੁਰਖਾਂ ਦੀ ਕਿਰਪਾ ਸੀ। ਇਹ ਗੱਲ ਇੱਕ ਵੱਖਰਾ ਵਿਸ਼ਾ ਹੈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਆਪਣੇ ਗੜਵਈ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਕਥਾ ਤੇ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਸੇਵਾ ਤੇ ਆਗਿਆ ਬਖਸ਼ਿਸ਼ ਕੀਤੀ। ਅਤੇ ਫਿਰ ਉਹਨਾਂ ਨੇ ਵੀ ਆਪਣੇ ਜੀਵਨ ਕਾਲ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਦੇ ਵਿੱਚ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ। ਉਹ ਆਪਣੀ ਮਿਸਾਲ ਆਪ ਸਨ। ਫਿਰ ਉਹਨਾਂ ਤੋਂ ਬਾਅਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ। ਅਤੇ ਹੁਣ ਇਸ ਸਮੇਂ ਸੰਤ ਗਿਆਨੀ ਹਰਨਾਮ ਸਿੰਘ ਜੀ, ਉਹ ਉਹਨਾਂ ਦੀ ਉਸ ਅਸਥਾਨ 'ਤੇ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸੇਵਾ ਨਿਭਾ ਰਹੇ ਨੇ। ਸੋ ਰੋਹ ਵਿਚਾਰ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੀ ਸੇਵਾ ਸੰਗਤਾਂ ਨੇ ਬਖਸ਼ੀ। ਉਹਨਾਂ ਨੇ ਤਾਂ ਜ਼ਿੰਦਗੀ ਬਾਖੂਬੀ ਉਸ ਨੂੰ ਨਿਭਾਇਆ। ਅਤੇ ਨਾਲ ਹੀ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜੋ ਕੁਝ ਘਟਨਾਵਾਂ, ਇੱਕ ਦੋ ਦਾਸ ਕਹਿ ਕੇ ਬੇਨਤੀ ਕਰੇਗਾ, ਉਹਨਾਂ ਦੇ ਜੀਵਨ ਦੇ ਵਿੱਚ ਮੋਹ ਮਾਇਆ ਦਾ ਰਾਈ ਭਰ ਵੀ ਅਸਰ ਨਹੀਂ ਸੀ। ਇੱਕ ਕੋਈ ਮਾਤਾ ਆਈ, ਉਹ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੀ, ਮੇਰੀ ਜੀ ਅਰਦਾਸ ਕਰੋ। ਸੰਤ ਗਿਆਨੀ ਮੋਹਨ ਸਿੰਘ ਜੀ ਕਹਿਣ ਲੱਗੇ, ਮਾਤਾ ਦੱਸ ਕਾਹਦੀ ਅਰਦਾਸ ਕਰਵਾਉਣੀ ਹੈ? ਬਸ ਉਹਨੇ ਕੁਛ ਜ਼ਿਕਰ ਕੀਤਾ ਹੋਣਾ ਵੀ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਜਾਂ ਕੋਈ। ਮਹਾਂਪੁਰਖ ਕਹਿਣ ਲੱਗੇ, ਮਾਤਾ ਬਈ ਅਸੀਂ ਨਹੀਂ ਅਰਦਾਸਾਂ ਕਰਦੇ ਇਹੋ ਜਿਹੀਆਂ, ਤੂੰ ਕਿਤੇ ਹੋਰ ਜਾ ਕੇ ਅਰਦਾਸ ਕਰਵਾ ਲੈ। ਫਿਰ ਹੁਣ ਮਾਇਆ ਧਾਰੀਆਂ ਦਾ ਸੁਭਾਅ ਹੁੰਦਾ, ਕਹਿੰਦੀ ਜੀ ਮੈਂ 1.25 ਲੱਖ ਰੁਪਇਆ ਲੈ ਕੇ ਆਈ ਹਾਂ,
ਤੁਸੀਂ ਇਹ ਸੇਵਾ ਚਲਾ ਦਿਓ। ਮਹਾਂਪੁਰਖ ਕਹਿਣ ਲੱਗੇ, ਮਾਤਾ ਤੇਰੇ ਮੂਹਰੇ ਹੱਥ ਬੰਨੇ, ਤੂੰ ਚਲੀ ਜਾ ਕਿਤੇ ਹੋਰ ਜਾ ਕੇ ਅਰਦਾਸ ਕਰੋ, ਵਾਲਾ ਮਾਇਆ ਵੀ ਉੱਥੇ ਦੇਵੀਂ ਜੀ ਤੂੰ ਅਰਦਾਸ ਕਰਾਉਣੀ, ਸਾਨੂੰ ਨਹੀਂ ਲੋੜ ਤੇਰੀ ਮਾਇਆ ਦੀ। ਉਹ ਬੇਨਤੀਆਂ ਕਰੇ, ਨਹੀਂ ਮਹਾਰਾਜ ਮੈਂ ਤੇ ਤੁਹਾਡੇ ਕੋਲੇ ਆਈ ਹਾਂ, ਤੁਸੀਂ ਮੇਰੀ ਅਰਦਾਸ ਕਰੋ। ਮਹਾਂਪੁਰਖ ਕਹਿਣ ਲੱਗੇ, ਜੇ ਮੈਂ ਇਹੋ ਜਿਹੀਆਂ ਅਰਦਾਸਾਂ ਕਰਨ ਲੱਗਾ ਇੱਥੇ ਲਾਈਨਾਂ ਲੱਗ ਜਾਣਗੀਆਂ, ਮੈਂ ਨਹੀਂ ਇਹੋ ਜਿਹੀਆਂ ਅਰਦਾਸਾਂ ਕਰ ਸਕਦਾ। ਇਹੋ ਜਿਹੀ ਅਵਸਥਾ ਦੇ ਵੈਰਾਗੀ ਤਿਆਗੀ ਮਹਾਂਪੁਰਖ ਸਨ। ਅਤੇ ਜੇ ਕੋਈ ਦਸਵੰਧ ਦੀ ਮਾਇਆ ਵੀ ਲੈ ਕੇ ਜਾਂਦਾ ਉਹ ਕਾਫੀ ਸਮਾਂ, ਤੇ ਉਹ ਵੀ ਨਹੀਂ ਸੀ ਲੈਂਦੇ, ਕਹਿੰਦੇ ਨਹੀਂ ਲੈਣੀ। ਹੁਣ ਮਾਇਆ ਦਾ ਤਿਆਗੀ ਅੱਜ ਕੱਲ੍ਹ ਹੋਣਾ ਬਹੁਤ ਮੁਸ਼ਕਲ ਹੈ। ਜਿਹੜੇ ਮਾਇਆ ਦੇ ਤਿਆਗੀ ਵੀ ਅਖਵਾਉਂਦੇ ਨੇ, ਉਹ ਵੀ ਅੰਦਰ ਖਾਤੇ, ਉਹ ਵੀ ਮਾਇਆ ਗ੍ਰਹਿਣ ਕਰ ਲੈਂਦੇ ਨੇ। ਸੋ ਰਹੁ ਵਿਚਾਰ। ਅਤੇ ਉਹਨਾਂ ਦੀ ਰੂਹਾਨੀਅਤ ਵੀ ਕਮਾਲ ਦੀ ਸੀਗੀ। ਜਿਹੜੇ ਉਹਨਾਂ ਦੇ ਪਿਆਰ ਵਾਲੇ ਸਨ, ਜਾਂ ਜਿਹੜਾ ਉਹਨਾਂ ਤੋਂ ਵਰੋਸ ਆਏ ਹੋਏ ਸਨ, ਉਹਨਾਂ 'ਤੇ ਵੀ ਬੜੀ ਵਾਹਿਗੁਰੂ ਦੀ ਕਿਰਪਾ ਸੀ। ਦਾਸ ਨੇ ਇਹ ਘਟਨਾ ਅਰਜ਼ ਕਰਨੀ ਜ਼ਰੂਰੀ ਸਮਝਦਾ। ਯੂਪੀ ਦੇ ਇਲਾਕੇ ਵਿੱਚ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਪਰਿਵਾਰ ਰਹਿੰਦਾ ਹੈ। ਦਿਵਦੇਵਾ ਫਾਰਮ ਹੈ ਡਿਸਟ੍ਰਿਕਟ ਰਾਮਪੁਰ ਦੇ ਵਿੱਚ, ਅਤੇ ਉੱਥੇ ਵੱਡੇ ਮਹਾਂਪੁਰਖ ਵੀ ਚਰਨ ਪਾਉਂਦੇ ਰਹੇ। ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਵੀ ਉੱਥੇ ਜਾਂਦੇ ਰਹੇ। ਇੱਕ ਵਾਰ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਯੂਪੀ ਗਏ ਸਿੱਖੀ ਪ੍ਰਚਾਰ ਦੇ ਲਈ। ਉੱਥੇ ਅੰਮ੍ਰਿਤ ਸੰਚਾਰ ਹੋਇਆ। ਜਦੋਂ ਅੰਮ੍ਰਿਤ ਸੰਚਾਰ ਹੋਇਆ, ਉਸ ਇਲਾਕੇ ਵਿੱਚ ਕਈ ਭਚੰਗੀਆਂ ਨੇ, ਕਈ ਜਵਾਨਾਂ ਨੇ, ਕਈ ਸਿਆਣਿਆਂ ਨੇ ਵੀ, ਬਜ਼ੁਰਗਾਂ ਨੇ ਵੀ ਅੰਮ੍ਰਿਤਪਾਨ ਕੀਤਾ। ਉਹਨਾਂ ਵਿੱਚੋਂ ਇੱਕ ਉਹ ਸਿੰਘ ਹੁਣ ਵੀ ਮੌਜੂਦ ਹੈ, ਉਹਦਾ ਨਾਮ ਹੈ ਜਗਮੋਹਨ ਸਿੰਘ। ਉਹ ਉਦੋਂ 9ਵੀਂ 10ਵੀਂ 'ਚ ਪੜ੍ਹਦਾ ਸੀ, ਅਤੇ ਜਦੋਂ ਉਹਨੇ ਆਖਿਆ ਵੀ ਅੰਮ੍ਰਿਤ ਸੰਚਾਰ ਹੋਣਾ ਹੈ, ਇੱਕ ਉਹਦਾ ਹੋਰ ਸੀ, ਉਹਦਾ ਕਲਾਸ ਫੈਲੋ, ਉਹ ਕਹਿੰਦੇ ਆਪਾਂ ਵੀ ਅੰਮ੍ਰਿਤ ਛਕੀਏ। ਦੋਨਾਂ ਭਚੰਗੀਆਂ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਜਗਮੋਹਨ ਸਿੰਘ ਸੀ, ਉਹਦੇ ਨਾਲ ਇੱਕ ਦੁਰਘਟਨਾ ਘਟੀ, ਇੱਕ ਐਕਸੀਡੈਂਟ ਹੋਇਆ। ਉਹ ਕੀ ਸੀ? ਫਾਰਮ ਦੇ ਵਿੱਚ ਉੱਥੇ ਘਰ ਬਣਾ ਕੇ ਲੋਕ ਰਹਿੰਦੇ ਨੇ। ਉਹ ਕਿਤੇ ਬਾਹਰ ਫਾਰਮ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਫਸਲਾਂ ਨੂੰ ਪਾਣੀ ਸਿੰਜਣ ਵਾਸਤੇ। ਉਹ ਕਿਤੇ ਫੇਸ ਬਦਲਣ ਵਾਸਤੇ ਆਪਣੇ ਘਰ ਦੇ ਵਿੱਚ ਹੀ ਮੋਟਰ ਦੇ ਉੱਤੇ ਕੰਮ ਕਰ ਰਿਹਾ ਸੀ। ਅਚਾਨਕ ਪਿੱਛੋਂ ਬਿਜਲੀ ਆ ਗਈ, ਉਹਨੂੰ ਪਤਾ ਨਹੀਂ ਲੱਗਿਆ, ਅਤੇ ਇੰਨਾ ਜ਼ਬਰਦਸਤ ਉਸਨੇ ਝਟਕਾ ਮਾਰਿਆ ਅਤੇ ਉਹਨੂੰ ਪਟਕਾ ਕੇ 2-4 ਕਰਮਾਂ 'ਤੇ ਸੁੱਟ ਦਿੱਤਾ। ਉਹ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋਇਆ, ਉਹਨੂੰ ਸਰੀਰ ਦੀ ਕੋਈ ਸੁੱਧ ਬੁੱਧ ਨਹੀਂ। ਉਹਨਾਂ ਦੇ ਨੌਕਰ ਸਨ, ਕੁਛ ਭਈਏ ਰੱਖੇ ਹੋਏ, ਉਹਨਾਂ ਨੇ ਰੌਲਾ ਪਾਇਆ। ਪਰਿਵਾਰ ਨੂੰ ਪਤਾ ਲੱਗਿਆ। ਬੇਹੋਸ਼ੀ ਦੀ ਹਾਲਤ ਵਿੱਚ ਮੰਜੇ 'ਤੇ ਪਾਇਆ, ਟਰਾਲੀ 'ਤੇ ਲੱਦਿਆ ਅਤੇ ਸ਼ਹਿਰ ਲੈ ਕੇ ਕਹਿੰਦੇ ਹੌਸਪੀਟਲ ਜਾ ਕੇ ਇਹਦਾ ਇਲਾਜ ਕਰਨਾ। ਜਦੋਂ ਡਾਕਟਰਾਂ ਕੋਲ ਲੈ ਕੇ ਗਏ, ਅਤੇ ਉਹ ਡਾਕਟਰਾਂ ਨੇ ਜੋ ਟਰੀਟਮੈਂਟ ਕਰਨਾ ਸੀ ਉਹ ਕੀਤਾ। ਉਹ ਕਹਿਣ ਲੱਗੇ ਸੀ ਜੋ ਕਰਨਾ ਸੀ ਕਰ ਦਿੱਤਾ, ਹੁਣ ਤੁਸੀਂ ਇਹਨੂੰ ਘਰੇ ਵਾਪਸ ਲੈ ਜਾਓ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਵਾਪਸ ਘਰ ਲੈ ਕੇ ਆਏ, ਕੁਝ ਸਮੇਂ ਤੋਂ ਬਾਅਦ ਉਹਨੂੰ ਹੋਸ਼ ਆਈ। ਜਦੋਂ ਹੋਸ਼ ਆਈ, ਸਾਰਾ ਪਰਿਵਾਰ ਹੈਰਾਨ ਸੀ। 4-5 ਘੰਟੇ ਬੇਹੋਸ਼ੀ ਵਿੱਚ ਹੀ ਹੋ ਰਿਹਾ। ਜਦੋਂ ਉਹਨੂੰ ਪੂਰੀ ਹੋਸ਼ ਆ ਗਈ, ਪਰਿਵਾਰ ਨੇ ਉਹਨੂੰ ਪੁੱਛਿਆ ਵੀ ਤੇਰੇ ਨਾਲ ਕੀ ਇਹ ਘਟਨਾ ਵਾਪਰੀ? ਉਹ ਕਹਿਣ ਲੱਗਾ, ਇੰਨਾ ਮੈਨੂੰ ਯਾਦ ਹੈ ਕਿ ਮੈਂ ਮੋਟਰ ਦਾ ਫੇਸ ਬਦਲਣ ਵਾਸਤੇ ਗਿਆ ਸੀ, ਅਚਾਨਕ ਪਿੱਛੋਂ ਬਿਜਲੀ ਦਾ ਕਰੰਟ ਆ ਗਿਆ। ਉਸ ਤੋਂ ਬਾਅਦ ਫਿਰ ਮੈਨੂੰ ਪਤਾ ਨਹੀਂ ਲੱਗ ਸਕਿਆ ਵੀ ਮੇਰੇ ਨਾਲ ਹੋਇਆ ਕੀ। ਪਰ ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਘਟਨਾ ਦੱਸ ਸਕਦਾ ਹਾਂ ਕਿ ਜਦੋਂ ਬਿਜਲੀ ਦਾ ਕਰੰਟ ਲੱਗਿਆ ਅਤੇ ਮੇਰੀ ਰੂਹ ਮੇਰੇ ਸਰੀਰ ਵਿੱਚੋਂ ਬਾਹਰ ਨਿਕਲ ਚੁੱਕੀ ਸੀ। ਭਾਵ ਮੈਂ ਚੜ੍ਹਾਈ ਕਰ ਗਿਆ ਸੀ, ਪ੍ਰਾਣ ਪੰਖੇਰੂ ਹੋ ਗਏ ਸਨ। ਪਰ ਉਹ ਜਦੋਂ ਇਹੋ ਜਿਹੀ ਹਾਲਤ ਹੋਈ, ਮੇਰਾ ਸਰੀਰ
ਥੱਲੇ ਡਿੱਗਿਆ ਪਿਆ ਸੀ ਤੇ ਮੇਰੀ ਰੂਹ ਘਰ ਦੇ ਵਿੱਚ ਦਰਖਤ ਹੁੰਦੇ ਨੇ ਉਹਦੇ ਉੱਤੇ ਬੈਠ ਗਈ ਜਾ ਕੇ। ਤੇ ਜਦੋਂ ਮੈਂ ਉੱਥੇ ਬੈਠਾ ਸੀ ਤੇ ਤੁਸੀਂ ਮੇਰੇ ਸਰੀਰ ਨੂੰ ਮੰਜੇ 'ਤੇ ਪਾਇਆ, ਟਰੈਕਟਰ ਤੇ ਟਰਾਲੀ 'ਤੇ ਰੱਖ ਕੇ ਸ਼ਹਿਰ ਲੈ ਗਏ ਤੇ ਮੇਰੀ ਰੂਹ ਸਾਰਾ ਕੁਝ ਵੇਖ ਰਹੀ ਸੀ। ਉਸ ਤੋਂ ਬਾਅਦ ਜਦੋਂ ਮੈਂ ਉੱਥੇ ਬੈਠਾ ਸੀ, ਤੁਸੀਂ ਮੇਰੇ ਸਰੀਰ ਨੂੰ ਸ਼ਹਿਰ ਲੈ ਗਏ ਤੇ ਉੱਥੇ ਇੱਕ ਹੋਰ ਕੋਈ ਫਾਰਮ ਦਾ ਮੁੰਡਾ ਸੀ, ਨੌਜਵਾਨ, ਉਹ ਸੀ ਸ਼ਰਾਬੀ ਕਬਾਬੀ ਬੰਦਾ। ਉਹ ਵੀ ਐਕਸੀਡੈਂਟ ਦੇ ਨਾਲ ਉਹਦੀ ਮੌਤ ਹੋਈ ਸੀ ਤੇ ਉਹ ਪਤਾ ਨਹੀਂ ਕਿਹੜੀ ਪ੍ਰੇਤ ਜੂਨੀ ਵਿੱਚ ਪਿਆ ਸੀਗਾ ਜਾਂ ਕਿਹੜੀ ਜੂਨ ਵਿੱਚ। ਉਹ ਕਹਿੰਦਾ ਵੀ ਉਹਦੀ ਰੂਹ ਆ ਗਈ ਮੇਰੇ ਸਾਹਮਣੇ। ਉਹਦਾ ਨਾਂ ਸੀ ਭੁਪਿੰਦਰ। ਚਲੋ ਭੁਪਿੰਦਰ ਸਿੰਘ, ਅੰਮ੍ਰਿਤ ਤਾਂ ਛਕਿਆ ਨਹੀਂ ਸੀ, ਆਪਾਂ ਸਿੰਘ ਵੀ ਕਹਿ ਸਕਦੇ ਹਾਂ। ਉਹ ਜਿਹੜਾ ਭੁਪਿੰਦਰ ਸਿੰਘ ਸੀ, ਉਹਦੀ ਪ੍ਰੇਤ ਰੂਹ ਕਹਿੰਦਾ ਮੇਰੇ ਕੋਲ ਆ ਗਈ। ਉਹਦੇ ਨਾਲ ਹੋਰ ਵੀ ਉਹੋ ਜਿਹੀਆਂ ਰੂਹਾਂ ਸਨ। ਉਹ ਭੱਜ ਕੇ ਨੱਚਦੇ ਟੱਪਦੇ ਮੇਰੇ ਵੱਲ ਦੌੜੇ ਆਉਣ, ਕਹਿਣ ਲੱਗੇ ਇਹਨੂੰ ਵੀ ਆਪਾਂ ਆਪਣੇ 'ਚ ਹੀ ਰਲਾਉਣਾ। ਉਹ ਕਹਿੰਦਾ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਤੇ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਅੰਮ੍ਰਿਤ ਛਕਿਆ ਤੇ ਇਹ ਮੈਨੂੰ ਹੁਣ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਵਿੱਚ ਪਏ ਹੋਏ ਨੇ। ਮੈਨੂੰ ਕਹਿੰਦੇ ਤੈਨੂੰ ਵੀ ਅਸੀਂ ਆਪਣੀ ਨਾੜ ਰਲਾਉਣਾ। ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਮੈਂ ਸੰਤਾਂ ਤੋਂ ਅੰਮ੍ਰਿਤ ਛਕਿਆ, ਇਹ ਬੇਅੰਮ੍ਰਿਤੀਏ ਸਨ, ਸ਼ਰਾਬੀ ਕਬਾਬੀ ਸਨ, ਇਹਨਾਂ ਦੀ ਬੇਗਤੇ ਹੋ ਕੇ ਮਰੇ ਨੇ, ਇਹ ਤੇ ਟੇਢੀਆਂ ਜੂਨਾਂ ਭੋਗ ਰਹੇ ਨੇ ਤੇ ਮੈਂ ਇਹਨਾਂ ਵਿੱਚ ਕਿਵੇਂ ਰਲ ਸਕਦਾ ਹਾਂ? ਬਸ ਜਦੋਂ ਮੈਂ ਮਹਾਂਪੁਰਖਾਂ ਨੂੰ ਯਾਦ ਕੀਤਾ ਤੇ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਮੇਰੇ ਕੋਲ ਪਹੁੰਚ ਗਏ। ਇਹ ਰੂਹਾਨੀਅਤ ਦੀ ਗੱਲ ਹੈ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਮਹਿਮਾ ਗੁਰਬਾਣੀ ਵਿੱਚ ਬੇਅੰਤ ਲਿਖੀ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕੀਆਂ, ਓਏ ਜੀਵਨ ਦੇ ਵਿਛੜਾ ਹੈ, ਓਏ ਮੋਇਆ ਨਾ ਜਾਹੀਂ ਛੋੜ। ਜਿਹੜੇ ਅਸਲੀ ਪਰਮੇਸ਼ਰ ਦੇ ਪਿਆਰੇ ਨੇ ਉਹ ਸਾਡੀ ਮਰਨ ਤੋਂ ਬਾਅਦ ਵੀ ਸਹਾਇਤਾ ਕਰਦੇ ਨੇ। ਹੁਣ ਉਹ ਕਹਿਣ ਲੱਗਾ, ਮਹਾਂਪੁਰਖ ਮੇਰੇ ਕੋਲ ਆ ਗਏ, ਨਾਲ ਇੱਕ ਸਿੰਘ ਸੀਗਾ ਤੇ ਉਹਨੂੰ ਕਹਿਣ ਲੱਗੇ ਤੂੰ ਬਾਣੀ ਪੜ੍ਹ। ਉਹ ਬਾਣੀ ਪੜ੍ਹਨ ਲੱਗ ਪਿਆ ਤੇ ਤੁਸੀਂ ਕਹਿੰਦਾ ਮੇਰੇ ਸਰੀਰ ਨੂੰ ਚੱਕ ਕੇ ਉੱਥੇ ਹੌਸਪੀਟਲ ਸ਼ਹਿਰ ਲੈ ਗਏ ਤੇ ਜਿੰਨਾ ਚਿਰ ਤੱਕ ਤੁਸੀਂ ਉੱਥੇ ਇਲਾਜ ਕਰਵਾਉਂਦੇ ਰਹੇ ਤੇ ਉਹਨਾਂ ਚਿਰ ਤੱਕ ਮਹਾਂਪੁਰਖ ਇੱਥੇ ਮੇਰੇ ਕੋਲੇ ਹਾਜ਼ਰ ਰਹੇ ਤੇ ਉਹਨਾਂ ਨੇ ਮੇਰੇ ਕੋਲੇ ਬਾਣੀ ਪੜ੍ਹੀ ਤੇ ਬਾਣੀ ਸੁਣੀ। ਜਦੋਂ ਤੁਸੀਂ ਮੇਰੇ ਸਰੀਰ ਨੂੰ ਵਾਪਸ ਲਿਆਏ ਤੇ ਫਿਰ ਮਹਾਂਪੁਰਖ ਕਹਿਣ ਲੱਗੇ, ਜਗਮੋਹਨ ਸਿੰਘ ਹੁਣ ਅਸੀਂ ਜਾਂਦੇ ਹਾਂ। ਹੁਣ ਉਹਨਾਂ ਭੂਤਾਂ ਪ੍ਰੇਤਾਂ ਤੋਂ ਮਹਾਂਪੁਰਖਾਂ ਨੇ ਉਹਦੀ ਰੂਹ ਨੂੰ ਬਚਾਇਆ। ਜਿਵੇਂ ਉਹ ਆਏ ਸੀ ਨਾ ਹੱਲਾ ਕਰਕੇ ਬਈ ਅਸੀਂ ਇਹਨੂੰ ਆਪਣੇ ਨਾੜ ਰਲਾਉਣਾ, ਤੇ ਫਿਰ ਮਹਾਂਪੁਰਖਾਂ ਨੂੰ ਵੇਖ ਕੇ ਉਹਨਾਂ ਨੂੰ ਭਾਜਣਾ ਪੈ ਗਈਆਂ। ਕਹਿੰਦੇ ਉਹ ਸੰਤ ਆ ਗਏ, ਸੰਤ ਆ ਗਏ, ਭੱਜ ਲਓ। ਉਹ ਭੂਤ ਪ੍ਰੇਤ ਸਾਰੇ ਭੱਜ ਗਏ, ਕਿਉਂਕਿ ਕਮਾਈ ਵਾਲਿਆਂ ਕੋਲ ਚੀਜ਼ਾਂ ਨਹੀਂ ਖੜ ਸਕਦੀਆਂ। ਤੇ ਇੰਨੀ ਉਹ ਸ਼ਕਤੀ ਦੇ ਮਾਲਕ ਸਨ। ਤੇ ਫਿਰ ਉਹ ਕਹਿਣ ਲੱਗਾ ਮੇਰੀ ਰੂਹ ਸਰੀਰ ਵਿੱਚ ਆ ਗਈ ਤੇ ਆਹ ਕੁਝ ਮੈਂ ਉਹ ਦ੍ਰਿਸ਼ ਦੇਖਿਆ। ਫਿਰ ਉਹ ਪਰਿਵਾਰ ਨੇ ਜਦੋਂ ਸਾਰੀ ਗੱਲ ਸੁਣੀ, ਉਹ ਹੁਣ ਆਪਣੇ ਨਾਲ ਹੀ ਗੁਆਂਢ 'ਚ ਰਹਿੰਦੇ ਸਨ ਤੇ ਹੁਣ ਵੀ ਉਹ ਜਗਮੋਹਨ ਸਿੰਘ ਹਾਜ਼ਰ ਹੈ। ਜੇ ਕਿਸੇ ਨੂੰ ਭੁਲੇਖਾ ਹੋਵੇ, ਉਹ ਜਿਹਨੇ ਸਾਰੀ ਘਟਨਾ ਦੱਸੀ ਹੈ ਨਾ, ਅੱਜ ਤੋਂ ਮੇਰਾ ਖਿਆਲ ਵੀ ਇਹ 45-46 ਸਾਲ ਪਹਿਲਾਂ ਦੀ ਹੋਣੀ ਹੈ, ਜਦੋਂ ਮਹਾਂਪੁਰਖ ਸਿੱਖੀ ਦਾ ਪ੍ਰਚਾਰ ਕਰਦੇ ਸਨ। ਤੇ ਉਸ ਵੇਲੇ ਇਹ ਭਾਈ ਅਮੋਲਕ ਸਿੰਘ ਦਾਸ ਦੇ ਚਾਚਾ ਜੀ ਦੇ ਭੁਜੰਗੀ ਸਨ ਤੇ ਇਹ ਉੱਥੇ ਭਿੰਡਰਾਂ ਆ ਗਏ। ਮੈਂ ਉਦੋਂ ਵਿਦਿਆਰਥੀ ਸੀ, ਮਹਾਂਪੁਰਖਾਂ ਦੇ ਨਾਲ ਹੀ ਜਥੇ 'ਚ ਪੜ੍ਹਦਾ ਸੀ। ਤੇ ਉਹਨੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਵੀ ਮਹਾਂਪੁਰਖੋ ਤੁਸੀਂ ਗੁਪਤ ਜਿਹਾ ਰਹਿੰਦੇ ਆ, ਸ਼ਕਤੀ ਤਾਂ ਤੁਹਾਡੇ ਵਿੱਚ ਵੀ ਬਹੁਤ ਹੈ। ਉਹ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਤਾਂ ਕੁਛ ਲੱਗਦਾ ਨਹੀਂ ਮੇਰੇ ਵਿੱਚ ਕੁਛ ਹੈਗਾ। ਅਜਰ ਨੂੰ ਜਰ ਕੇ ਰੱਖਣਾ ਵੀ ਗੁਰਮੁਖਾਂ ਦੀ ਨਿਸ਼ਾਨੀ ਹੁੰਦੀ ਹੈ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਕੋ ਬਣ ਆਵੇ। ਇਹ ਕੋਈ ਪਖੰਡੀ ਜਾਂ ਕੋਈ ਸੰਤ ਦੇ ਚੇਲੇ ਦਾਸ ਨੂੰ ਮਿਲੇ ਤੇ ਉਹ ਕੁਛ ਉਹਦੀਆਂ ਵਡਿਆਈ ਦੀਆਂ ਗੱਲਾਂ ਜੀਆਂ ਪੀਰੀਆਂ ਜੀਆਂ ਜਗਾਉਣ ਲੱਗੇ। ਤੇ ਮੈਂ ਉਹਨਾਂ ਨੂੰ ਪੰਕਤੀ ਪੜ੍ਹ ਕੇ ਆਖਿਆ ਵੀ ਮੈਂ ਕਿਹਾ ਦੇਖੋ ਗੁਰੂ ਮਹਾਰਾਜ ਦਾ ਬਾਣੀ 'ਚ ਹੁਕਮ ਹੈ, ਜਿਨ ਹਰ ਪਾਇਆ ਤਿਨਹਿ ਛਪਾਇਆ। ਵੀ ਜਿਹੜਾ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਫਿਰ ਉਹ ਆਪਣੇ ਆਪ ਨੂੰ
ਛੁਪਾ ਕੇ ਰੱਖਦਾ ਹੈ। ਉਹ ਦੁਨੀਆ ਵਿੱਚ ਮਾਨ ਵਡਿਆਈ ਦੀ ਇੱਛਾ ਨਹੀਂ ਰੱਖਦਾ, ਉਹ ਗੁਪਤ ਰਹਿਣਾ ਪਸੰਦ ਕਰਦਾ। ਹੁਣ ਜੀ ਖੁਦਾਏ ਦੇ ਭੇਤ ਨਾ ਕਿੱਸਾ ਦੇਣ। ਉਹ ਕਹਿਣ ਲੱਗੇ, ਨਹੀਂ ਜੀ, ਸਾਨੂੰ ਤਾਂ ਸਾਡੇ ਸੰਤਾਂ ਨੇ ਇਹਦਾ ਅਰਥ ਇਹ ਦੱਸਿਆ ਹੋਇਆ, ਜਿਨ ਹਰ ਪਾਇਆ ਤਿਨ ਹੈ ਛਪਾਇਆ, ਵੀ ਜਿਨ੍ਹਾਂ ਨੇ ਰੱਬ ਨੂੰ ਪਾ ਲਿਆ ਫਿਰ ਉਹ ਛਪਾਇਆ। ਉਹ ਛਪਾਉਂਦੇ ਨਹੀਂ, ਪੋਸਟਰ ਛਪਾਉਂਦੇ ਆਪਦੇ, ਫਿਰ ਐਡਵਰਟਾਈਜ਼ਮੈਂਟ ਕਰਦੇ ਹੁੰਦੇ, ਆਹ ਅਰਥੋਂ ਕੱਢੀ ਫਿਰਨ ਮਨ ਮਰਜ਼ੀ ਦੇ। ਅਤੇ ਉਹ ਫਿਰ ਮੈਂ ਕਿਹਾ ਵੀ ਚੱਲ ਇਹ ਜਿਨ ਹਰ ਪਾਇਆ ਤਿਨਾ ਛਪਾਇਆ, ਇਹਦਾ ਤਾਂ ਅਰਥ ਮੰਨ ਲਿਆ ਵੀ ਛਪਾ ਲਿਆ ਤੁਸੀਂ, ਉਹ ਤਾਂ ਹੈ ਤਾਂ ਛੁਪਣ ਦਾ ਗੁਪਤ ਦਾ ਹੀ ਅਰਥ ਸੀ। ਵੀ ਤੁਸੀਂ ਕਹਿੰਦੇ ਵੀ ਉਹ ਆਪਦੀ ਮਸ਼ਹੂਰੀ ਕਰਵਾ ਸਕਦਾ, ਪੋਸਟ ਛਪਾ ਸਕਦਾ, ਵੀ ਇਹ ਮਹਾਰਾਜ ਦੀ ਆਗਿਆ ਹੀ ਹੈ। ਅਤੇ ਮੈਂ ਕਿਹਾ ਹੁਣ ਜੀ ਖੁਦਾ ਇਹਦੇ ਭੇਤ ਨਾ ਕਿੱਸਾ ਦੀ ਨੇ, ਗੱਲ ਕਿੱਧਰ ਨੂੰ ਜਾਊਗੀ। ਫਿਰ ਚੁੱਪ, ਫਿਰ ਕੋਈ ਜਵਾਬ ਨਾ ਆਵੇ। ਅਤੇ ਉਹ ਜਦੋਂ ਭਾਈ ਮੋਲਕ ਸਿੰਘ ਨੇ ਮਹਾਂਪੁਰਖਾਂ ਨੂੰ ਆਖਿਆ, ਮਹਾਂਪੁਰਖੋ ਵੀ ਇੱਕ ਸਿੰਘ ਉੱਥੇ ਯੂਪੀ 'ਚ ਉਹਦੇ ਨਾਲ ਇਹ ਘਟਨਾ ਵਾਪਰੀ ਸੀ, ਕਹਿੰਦੇ ਕੀ ਹੋਇਆ। ਫਿਰ ਜੋ ਸਾਰੀ ਗੱਲ ਦੱਸੀ ਅਤੇ ਮਹਾਂਪੁਰਖ ਕਹਿੰਦੇ ਐਵੇਂ ਸੁਪਨਾ ਆ ਗਿਆ ਹੋਣਾ। ਉਹ ਸੁਪਨੇ ਜੀ ਕਹਿੰਦੇ ਹੁਣ ਜਾਗੋ ਮਿੱਟੀ ਵਿੱਚ ਹੀ ਸਾਰਾ ਕੁਛ ਐਂ ਲੱਗਿਆ ਹੋਣਾ। ਫਿਰ ਵੀ ਆਪਣੇ ਆਪ ਨੂੰ ਜਣਾਇਆ ਨਹੀਂ। ਇਸ ਲਈ ਐਸੇ ਉਹ ਮਹਾਂਪੁਰਖ ਸਨ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੋਂ ਲੈਣ ਮਿਲਾਏ। ਉਹਨਾਂ ਮਹਾਂਪੁਰਖਾਂ ਦੀ ਮਹਿਮਾ ਆਪਾਂ ਕੀ ਬਿਆਨ ਕਰ ਸਕਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਨ ਆਪਾਂ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ। ਜੋ ਉਹਨਾਂ ਨੇ ਬਚਨ ਸਾਨੂੰ ਸਿਖਾਏ ਨੇ, ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ, ਅਤੇ ਉਹਨੂੰ ਆਪਾਂ ਧਾਰਨ ਕਰੀਏ। ਅਤੇ ਇਹਦੇ ਨਾਲ ਹੀ ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਸਫਲ ਅਤੇ ਪ੍ਰਵਾਨ ਹੋ ਸਕਦੀਆਂ। ਸੋ ਅੰਤ ਵਿੱਚ ਦਾਸ ਸਮੂਹ ਸਿੰਘਾਂ ਦਾ ਵੀ ਹਾਰਦਿਕ ਧੰਨਵਾਦੀ ਹੈ। ਅਤੇ ਇਸ ਅਸਥਾਨ ਦੇ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਜਸਵੰਤ ਸਿੰਘ ਜੀ ਨਾਲ ਦਾਸ ਦਾ ਵੀ ਬੜਾ ਸਨੇਹ ਸੀ। ਉਹ ਵੀ ਬਹੁਤ ਪਿਆਰ ਕਰਦੇ ਸਨ। ਕਈ ਵਾਰੀ ਸਮਾਗਮਾਂ 'ਤੇ ਇਕੱਤਰ ਹੋਣਾ। ਦਾਸ ਨੇ ਆਪਣੇ ਬੇਟੀ ਦਾ ਭੁਝੰਗਣ ਦਾ ਆਨੰਦ ਕਾਰਜ ਕਰਨਾ ਸੀ, ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ। ਵੀਲ ਚੇਅਰ 'ਤੇ ਉਹ ਚੇਚਾ ਆਏ ਸਨ ਵਿਆਹ ਸਮਾਗਮ ਦੇ ਵਿੱਚ। ਜਦੋਂ ਵੀ ਕੋਈ ਘਰ ਸਮਾਗਮ ਹੁੰਦਾ ਸੀ, ਮਹਾਂਪੁਰਖਾਂ ਨੂੰ ਬੇਨਤੀ ਕਰਦੇ, ਉਹ ਦਰਸ਼ਨ ਦਿੰਦੇ ਸਨ। ਇਸ ਵਾਸਤੇ ਹੁਣ ਵੀ ਮੌਜੂਦਾ ਮਹਾਂਪੁਰਖ ਸੰਤ ਬਾਬਾ ਅਨਹਦ ਰਾਜ ਸਿੰਘ ਜੀ ਨੇ ਵੀ ਆਖਿਆ ਸੀ ਜ਼ਰੂਰ ਸਾਡੇ ਅਸਥਾਨ 'ਤੇ ਜਾਣਾ ਹੈ। ਸੋ ਮੈਂ ਮਹਾਂਪੁਰਖਾਂ ਦਾ ਵੀ, ਇਸ ਅਸਥਾਨ ਦੇ ਜਿਹੜੇ ਪ੍ਰਬੰਧਕ ਨੇ, ਸੇਵਾਦਾਰ ਨੇ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਆਪਾਂ ਇਹੋ ਜਿਹੇ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਕਰਦੇ ਰਹੀਏ। ਗੁਰਮਤਿ ਦੀ ਸਿੱਖਿਆ ਸਾਨੂੰ ਪ੍ਰਾਪਤ ਹੁੰਦੀ ਰਹੇ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਿੱਖ ਗੁਰਬਾਣੀ ਦੇ ਅਰਥਾਂ ਨਾਲ ਜੁੜੇਗਾ ਮੁਕਤ ਹੋ ਜਾਏਗਾ। ਤੇ ਸ਼ਾਇਦ ਸਾਨੂੰ ਮੁਕਤੀ ਦੀ ਲੋੜ